ਇਹਦੀ ਡੇਟ ਆਫ ਇੰਪਲੀਮੈਂਟੇਸ਼ਨ ਹੈ ਉਹ 1 ਜਨਵਰੀ 16 ਤੋਂ ਹੈ। ਤਾਂ ਉਹ ਜਦੋਂ 16 ਦੇ ਜਿਹੜੇ ਏਰੀਅਰਸ ਹੈ ਜਿਹੜੀ ਇਹ ਪੇ ਜਿਹੜੀ ਵਧੀ ਹੈ ਉਹ ਏਰੀਅਰਸ ਵੀ ਸਰਕਾਰ ਨੂੰ ਦੇਣੇ ਪੈਣੇ ਆ। ਔਰ ਇਹ ਜਿਹੜੀ ਏਰੀਅਰਸ ਦੀ ਰਕਮ ਹੈ ਇਹ ਤਕਰੀਬਨ 13,759 ਕਰੋੜ ਹੈ। ਤਾਂ ਮੈਂ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ ਕਿ ਸਰਕਾਰ ਜਿਹੜੀ ਹੁੰਦੀ ਹੈ ਇੱਕ ਮਾਂ-ਬਾਪ ਸਰਕਾਰ ਨੂੰ अपनी कौम का अपने लोगों का और खास करके अपने मुलाजमान का, क्योंकि मुलाजम जोड़े है ये सरकार दियां बाहां है, सरकार दियां अखां है तो सरकार दे कन्न है। और क्योंकि ये जड़ा जो एक खदशा पैदा किया गया सी कि मुलाजमान दी तनख्वाहां घट जाणगियां, पिछले 2-3 दिनों तो ये गलबात जिहड़ी है साडी इन्हां नाल चल रही सी। सरकार ने आज जी फाइनल अज मीटिंग हुई ਉਹਦੇ ਵਿੱਚ ਅਸੀਂ ਆਪਣੇ ਮੁਲਾਜ਼ਮਾਂ ਨੂੰ ਇਹ ਆਫਰ ਦਿੱਤੀ ਹੈ ਕਿ ਮਿਨੀਮਮ ਜਿਹੜੀ ਇਨਕਰੀਜ਼ ਹੈ ਅਸੀਂ ਗਾਰੰਟੀ ਕਰਦੇ ਹਾਂ, ਹਰ ਮੁਲਾਜ਼ਮ ਨੂੰ ਗਾਰੰਟੀ ਕਰਦੇ ਹਾਂ ਕਿ ਤੁਸੀਂ 15% ਇਨਕਰੀਜ਼ ਹਰ ਮੁਲਾਜ਼ਮ ਨੂੰ ਦੇਣ। ਇਹ ਤੋਂ ਵੱਧ ਗਈ ਤਾਂ ਉਹ ਕਿਸੇ ਦੀ 20 ਵੀ ਹੈ, ਕਿਸੇ ਦੀ 18 ਵੀ 17 ਵੀ ਹੋਏਗੀ, ਪਰ ਮਿਨੀਮਮ ਜਿਹੜੀ ਇਨਕਰੀਜ਼ ਹੈ ਉਹ 15% ਹੋਏਗੀ। ਔਰ ਸਾਡੀ ਕੈਲਕੂਲੇਸ਼ਨ ਦੇ ਹਿਸਾਬ ਨਾਲ ਇਹ 15 ਨੂੰ ਛੱਡ ਕੇ ਜਿਹੜੀ ਪੇ ਕਮਿਸ਼ਨ ਹੈ, ਪੇ ਕਮਿਸ਼ਨ ਦੀ ਰਿਪੋਰਟ ਨਾਲ ਹਰ ਮੁਲਾਜ਼ਮ ਦੀ ਤਨਖਾਹ ਜੋ ਗੁਜ਼ਸ਼ਤਾ ਸਾਲ ਗਿਆ 80,000 ਰੁਪਇਆ ਪਰ ਈਅਰ ਉਹਨੂੰ ਤਨਖਾਹ ਦਾ ਇਜ਼ਾਫਾ ਹੋ ਰਿਹਾ ਪੇ ਕਮਿਸ਼ਨ ਦੀ ਰਿਪੋਰਟ ਨਾਲ। ਔਰ ਕਮੋ ਪੇਸ਼ ਜਿਹੜੇ ਏਰੀਅਰਸ ਹੋਣਗੇ, ਕਮੋ ਪੇਸ਼ ਮੈਂ ਐਗਜ਼ੈਕਟ ਫਿਗਰ ਨਹੀਂ ਦੇ ਰਿਹਾ, तकरीबन एवरेज 2.5 लाख रुपया उन्होंने हर मुलाजम का एरियर भी जोड़ा ये आ जाएगा जी। सो अज जी उन्होंने जी जॉइंट फ्रंट या जी एक्शन कमेटी से उन्होंने बड़े खुशगवार माहौल च इत्थे मीटिंग हुई, क्योंकि ये कन्वीनर है और कन्वीनर ने आपके हाउस के विच जाके सहमति लैनी है। सो अज इस आस ते उम्मीद नाल कि सरकार जिहड़ी है सरकार तंग दिल या कमजरफ नहीं है और सरकार नूं हर वर्ग जिवें माँ बाप नूं अपने औलाद का फिक्र है, सानू किसान, मजदूर, स्टूडेंट, दुकानदार, व्यापारी और जिहड़ियां आसां ते उम्मीदां नाल कांग्रेस पार्टी नूं पंजाब दे विच लोग वोटां पा के आए सी, ਅਸੀਂ ਉਹਨਾਂ ਆਸਾਂ ਉਮੀਦਾਂ ਤੇ ਖਰੇ ਉਤਰ ਸਕੀਏ, ਪੰਜਾਬ ਦੀ ਡਿਵੈਲਪਮੈਂਟ ਹੋ ਸਕੇ। ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਸਾਰੀਆਂ ਗੱਲਾਂ ਨੂੰ ਅਸੀਂ ਵਿਚਾਰ ਕੇ ਬੜੀ ਜਿਹਨੂੰ ਕਹਿੰਦੇ ਬਰੀਕ ਬੀਨੀ ਨਾਲ, ਦੂਰਬੀਨ ਨਾਲ ਅਸੀਂ ਦੇਖ ਕੇ EMPLOYEES ਨੂੰ ਅਸੀਂ ਇਹ ਆਫਰ ਕੀਤੀ ਹੈ। ਇਸ ਤੋਂ ਇਲਾਵਾ ਪੇ ਕਮਿਸ਼ਨ ਨੇ ਇਹ ਵੀ ਸਿਫਾਰਿਸ਼ਾਂ ਕੀਤੀ ਸੀ, ਕਈ ਜਿਹੜੇ ਅਲਾਊਂਸਸ ਜਿਹੜੇ ਮਿਲਦੇ ਸੀ ਉਹ ਆਊਟਡੇਟਡ ਹੋ ਚੁੱਕੇ ਸੀ, बट ये कैप्टन साहब की CM साहब की ये दरियादिली, चेयरमैन साहब इन्हों की दरियादिली सी कि इन्होंने हुक्म किया भी अलाउंसेस जिहड़े है अलाउंसेस भी उस तरह ही पिछले ये भी बरकरार रखे जान। इस दे नाल एक मसला जिहड़ा है वो पंजाब के जिहड़े मैडिकल साडी फ्रैटर्निटी है, डॉक्टर्स है, उन्हों का भी मसला है। वैटनरी, फिशरीज, आयुर्वैदिक, होम्योपैथिक जिहड़े इस कैटेगरी दे वो भी हड़ताल ते सी, क्योंकि वो कह रहे सी कि जिहड़ा नॉन प्रैक्टिसिंग अलाउंस मिलता है उन्होंने तुसी उन्होंने कमिशन ने डी-लिंक करता सी सैलरी तो उन्हों की डिमांड सी कि इनू ये डी-लिंक ना किया जाए, जो पुराना दस्तूर चल रहा है उस दस्तूर के मुताबिक सानू ये मिलता रहे। हालांकि डॉक्टर्स अज मीटिंग च नहीं आए, बट चेयरमैन साहब की इजाजत नाल असी ये भी अज अनाउंस करन लगे हैं कि वो पुराना दस्तूर चलता रहेगा, पर ये 20% ते, क्योंकि पिछली बारी ये 25% ते सी। और इहदा कई बारी सुनने वालियां दी वास्ते मैं कहना कई बारी जो तनख्वाह का बेस वध जाता है तो फिर इहदा जिहड़ा उहदा उस तरह परसेंटेज जिहड़ी घट हुंदी है। सो ये सारिया गल्लां जिहड़ियां मैं समझदा सरकार ने बड़ी लचक और बड़ी दरियादिली नाल
ਇਹ ਫੈਸਲਾ ਕੀਤਾ। ਔਰ ਜਿਸ ਤਰ੍ਹਾਂ ਚੇਅਰਮੈਨ ਸਾਹਿਬ ਇਹ ਕਹਿ ਰਹੇ ਕਿ ਬੇਸਿਕ ਪੇ ਜਿਹੜੀ ਹੈ ਉਹਦੇ ਨਾਲ ਇਹ ਲਿੰਕ ਜਿਹੜਾ ਹੈ ਇਹ ਕੀਤਾ ਜਾਏਗਾ ਸਰ। 20 ਤੋਂ 25 ਤੋਂ 20% ਤੇ ਇਹ 20% ਹੀ ਰਹੇਗਾ, 25% ਨਹੀਂ। ਔਰ ਇਹਦੇ ਨਾਲ ਪਰ ਬੇਸਕਰ ਨਹੀਂ ਕਰਤਾ। ਔਰ ਜਿਹੜਾ ਅੱਜ ਸਰਕਾਰ ਨੇ ਪੇ ਕਮਿਸ਼ਨ ਤੋਂ ਉੱਤੇ ਹਟ ਕੇ ਜਿਹੜਾ ਫੈਸਲਾ ਕੀਤਾ ਹੈ ਕਿ ਅਸੀਂ ਮਿਨੀਮਮ 1000 ਕਰੋੜ ਰੁਪਇਆ ਮਿਨੀਮਮ 15% ਦਾ ਇਜ਼ਾਫਾ ਕਰਾਂਗੇ। ਇਹਦੇ ਨਾਲ ਐਨੂਅਲ ਜਿਹੜਾ ਟ੍ਰੈਜਰੀ ਤੇ ਆਊਟਗੋ ਜਿਹੜਾ ਵਧੇਗਾ ਉਹ 1000 ਕਰੋੜ ਹੋਏਗਾ। ਸੋ ਸਭ ਦਿਸ ਇਜ਼ ਅ ਸਮ ਟੋਟਲ। ਜੇ ਕੋਈ ਮੇਰੇ ਕੋਲੀਗ ਜਾਂ ਪਾਰਟੀ ਕੋਲੀਗ ਕੋਈ ਬੋਲਣਾ ਚਾਹੁੰਦੇ ਇਸ ਤੋਂ ਕੋਈ ਗੱਲ ਕਰਨੀ ਚਾਹੁੰਦੇ ਹੈ ਮੈਂ ਗੁਨਾਹ 'ਚ ਗੱਲ ਨਹੀਂ ਕਰ ਰਿਹਾ। ਪੰਜਾਬ ਸਰਕਾਰ ਇਹ ਗਾਰੰਟੀ ਕਰ ਰਹੀ ਹੈ ਕਿ ਕਿਸੇ ਵੀ ਮੁਲਾਜ਼ਮ ਨੂੰ ਪੇ ਕਮਿਸ਼ਨ ਦੀ ਰਿਪੋਰਟ ਤੋਂ ਉੱਤੇ ਉੱਠ ਕੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਜੋ 2016 ਮਤਲਬ ਯਕਮ ਜਨਵਰੀ 2016 ਤੋਂ ਜੋ ਉਹਨੂੰ 15 ਤੋਂ ਉਹਨੂੰ 15% ਦਾ ਇਜ਼ਾਫਾ ਅਸੀਂ ਦੇਵਾਂਗੇ। ਬਰਾਬਰੀ ਕਰਤੀ। ਜਿਹੜੇ ਐਮਪਲਾਈ ਸੀਗੇ ਉਹ ਸਭ ਤੋਂ ਸੰਤੁਸ਼ਟ ਹੋ ਕੇ ਗਏ ਆ ਕਿਉਂਕਿ ਜਿਹੜੀ ਮੀਟਿੰਗ ਸੀ ਮੀਟਿੰਗ ਦਾ ਰਿਜ਼ਲਟ ਕੀ ਰਿਹਾ। ਸਭ ਮੈਂ ਫਿਰ ਅਰਜ਼ ਕਰੂੰਗਾ ਕਿ EMPLOYEES ਜੇ ਕਿਉਂਕਿ ਇਹ ਜਿਹੜੇ ਸਾਡੇ ਨਾਲ ਤਾਂ ਸਿਰਫ ਕਨਵੀਨਰ ਆਏ ਸੀ। ਹਾਂਜੀ ਮੇਰਾ ਦਿਲ ਇਸ ਗੱਲ ਦੀ ਗਵਾਹੀ ਦੇਣ ਨੂੰ ਤਿਆਰ ਹੈ ਕਿ ਉਹ ਸਾਡੀ ਗੱਲ ਤੋਂ ਕਿਸੇ ਹੱਦ ਤੱਕ ਸੰਤੁਸ਼ਟ ਹੈ। ਬਟ ਦੇ ਆਰ ਰਿਸਪੌਂਸਿਬਲ ਐਂਡ ਆਨਸਰੇਬਲ। ਮੇਰੀ ਪਲੀਜ਼ ਉਹ ਜਵਾਬ ਦੇ ਹੈ ਆਪਣੀ ਜਿਹੜੀ ਉਹਨਾਂ ਦੀ ਹਾਊਸ ਹੈ ਜਿਹੜਾ ਜਾਂ ਜਿੱਥੋਂ ਦੇ ਵੀ ਉਹ ਕਨਵੀਨਰ ਬਣ ਕੇ ਆਏ ਉਹ ਕਹਿੰਦੇ ਜੀ ਅਸੀਂ ਵੀ ਵਿਲ ਕੰਸਲਟ ਦਾ ਹਾਊਸ ਤੇ ਵੀ ਵਿਲ ਰਿਵਰਟ ਬੈਕ ਟੂ। ਤੇ ਉਹ ਕਿਦੋਂ ਤੱਕ ਦੱਸਣਗੇ ਸਰ? ਸਭ ਇਹ ਤਾਂ ਹੁਣ ਮੈਂ ਨਹੀਂ ਕਹਿ ਸਕਦਾ ਬਟ ਹੋ ਸਕਦਾ ਹੈ ਅੱਜ ਸਵੇਰ ਤੱਕ 16 ਆਰਗੇਨਾਈਜੇਸ਼ਨਸ ਦੇ ਕਨਵੀਨਰ ਸੀਗੇ ਜੀ ਸਰ। ਸੋ ਵੀ ਆਰ ਕੌਨਫੀਡੈਂਟ ਔਰ ਅਸੀਂ ਅਪੀਲ ਵੀ ਸਾਰੇ ਪੰਜਾਬ ਚ EMPLOYEES ਨੂੰ ਕਰਦੇ ਹਾਂ ਕਿ ਆਪਣੇ ਲੋਕਾਂ ਦੇ ਹਿੱਤ ਦੇ ਵਿੱਚ ਆਪਣੀ ਸਟ੍ਰਾਈਕ ਖਤਮ ਕਰਨ। ਮੈਂ ਅਖੀਰਲੀ ਗੱਲ ਸਰ ਚੇਅਰਮੈਨ ਸਾਹਿਬ ਤੁਹਾਡੀ ਇਜਾਜ਼ਤ ਨਾਲ ਪਲੀਜ਼ ਮੈਂ ਇਹ ਵੀ ਦੱਸਦਾ ਚੱਲਾਂ ਕਿ ਹਿਸਟੋਰਿਕਲੀ ਮਤਲਬ ਜੋ ਦਸਤੂਰ ਹੈ 1947 ਤੋਂ ਲੈ ਕੇ ਔਰ ਅੱਜ 2021 ਹੋ ਗਿਆ, ਤਕਰੀਬਨ 73-74 ਸਾਲ ਹੋ ਗੁਜ਼ਰੇ। ਪੰਜਾਬ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਦੀ ਤਨਖਾਹ ਗਵਰਨਮੈਂਟ ਆਫ ਇੰਡੀਆ ਦੇ ਮੁਲਾਜ਼ਮਾਂ ਨਾਲੋਂ ਤੇ ਜਿੰਨੇ ਵੀ ਸਾਡੇ ਹਮਸਾਇਆ ਸੂਬੇ ਹੈ ਹਰਿਆਣਾ ਹੈ, ਰਾਜਸਥਾਨ ਹੈ ਔਰ ਮੈਂ ਤਾਂ ਇਹ ਮੇਰਾ ਗੈਸ ਹੋਏਗਾ ਕਿ ਸਾਰੇ ਸੂਬਿਆਂ ਨਾਲੋਂ ਪੰਜਾਬ ਦੇ EMPLOYEES ਦੀ ਤਨਖਾਹ ਜਿਹੜੀ ਹੈ ਉਹ ਵੱਧ ਹੈ। ਇਸ 2.5 ਘੰਟੇ ਦੀ ਮੀਟਿੰਗ ਦੇ ਵਿੱਚ ਤਨਖਾਹ ਕਮਿਸ਼ਨ ਦੇ ਉੱਤੇ ਸਰਕਾਰ ਜਿੱਥੇ ਕੱਲ ਦੀ ਮੀਟਿੰਗ ਦੇ ਵਿੱਚ 10% ਦੇ ਉੱਤੇ ਅੜੀ ਸੀਗੀ ਵੀ ਅਸੀਂ 10% ਤੋਂ ਵੱਧ ਵਾਧਾ ਨਹੀਂ ਦੇ ਸਕਦੇ, ਪਰ ਅਸੀਂ ਜਿਹੜਾ ਗਣਾਪ ਜਿਹੜਾ 2 ਦਾ ਮੰਗਦੇ ਸੀਗੇ। ਅੱਜ ਸਰਕਾਰ ਨੇ ਇਸ ਗੱਲ ਦੀ ਛੋਟ ਹੀ ਦਿੱਤੀ ਹੈ ਵੀ ਕਿਸੇ ਦਾ ਵੀ 15% ਤੋਂ ਜਿਹੜਾ ਵਾਧਾ ਹੈ 15% ਤੋਂ ਘੱਟ ਨਹੀਂ ਹੋਊਗਾ। ਤੇ ਜਿਹੜਾ ਗਣਾਕ ਹੈ, ਗਣਾਕ ਦਾ ਸਰਕਾਰ ਹੈ ਉਹ ਪਹਿਲੇ ਵਾਲੇ ਗਣਾਕ ਨੂੰ ਕਾਇਮ ਰੱਖ ਰਹੀ ਹੈ। ਅਸੀਂ ਆਪਣੇ 272 265 ਦੇ ਗਣਾਕ ਤੇ ਅਸੀਂ ਜਿਹੜਾ ਆਪਣੀ ਆਫਰ ਉਹਨਾਂ ਨੂੰ ਦਿੱਤੀ ਹੈ। ਸਰਕਾਰ ਉਹਦੇ ਤੇ ਨਹੀਂ ਆਈ ਪਰ ਉਹਨਾਂ ਨੇ 15% ਦੀ ਗਾਰੰਟੀ ਦੀ ਆਫਰ ਦਿੱਤੀ ਹੈ ਤੇ ਨਾਲ ਹੀ ਉਹਨਾਂ ਨੇ ਜਿਹੜਾ ਭੱਤੇ ਸਾਡੇ ਜਿਹੜੇ ਰੋਕੇ ਸੀਗੇ ਪਹਿਲਾਂ ਜਿਨ੍ਹਾਂ ਨੂੰ ਬਹਾਲ ਕਰਨ ਵਾਸਤੇ ਤਿਆਰ ਨਹੀਂ ਸੀਗੀ, ਲਗਭਗ ਦੁੱਗਣੇ ਜਿਹੜੇ ਭੱਤੇ ਉਹ ਹੋਣਗੇ। ਤੇ ਇਹਦੇ ਨਾਲ ਅਸੀਂ ਅੱਜ ਦੀ ਮੀਟਿੰਗ ਤੋਂ ਇਸ ਕਰਕੇ ਬਹੁਤੇ ਸੈਟੀਸਫਾਈ ਨਹੀਂ ਹੈ ਕਿਉਂਕਿ ਜਿਹੜੇ ਸਾਡੇ ਬਾਕੀ ਮੁੱਦੇ ਹੈ ਉਹਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਕੋਈ ਚਰਚਾ ਨਹੀਂ ਅੱਜ ਉਹਨਾਂ ਨੇ ਕੀਤੀ। ਕਹਿੰਦੇ ਅਗਲੀ ਮੀਟਿੰਗ 'ਚ ਕਰਾਂਗੇ ਵੀ ਉਹਦਾ ਲੈ ਕੇ ਜਾਵਾਂਗੇ, ਅਸੀਂ ਵਿਧਾਨ ਸਭਾ 'ਚ ਲੈ ਕੇ ਜਾਵਾਂਗੇ। ਉਹ ਜਿਹੜਾ ਖਰੜਾ ਉਹਨਾਂ ਨੇ ਤਿਆਰ ਕੀਤਾ ਉਸ ਖਰੜੇ ਤੋਂ ਅਸੀਂ ਸੈਟੀਸਫਾਈ ਨਹੀਂ। ਦੂਜਾ ਜਿਹੜਾ ਹੈ ਪੁਰਾਣੀ ਪੈਨਸ਼ਨ ਬਹਾਲੀ ਲਈ ਹਜੇ ਵੀ ਉਹਨਾਂ ਨੇ ਜਿਹੜਾ ਹੈ ਉਹ ਨੋਟੀਫਿਕੇਸ਼ਨ ਕਰਨਾ ਸੀਗਾ ਜਿਹੜਾ ਫੈਮਿਲੀ ਪੈਨਸ਼ਨ ਵਾਸਤੇ, ਉਹ ਨੋਟੀਫਿਕੇਸ਼ਨ ਹਜੇ ਤੱਕ ਨਹੀਂ ਕੀਤਾ। ਤੇ ਦੂਸਰਾ ਉਹ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਤਿਆਰ ਨਹੀਂ। ਜਿਹੜੇ ਮਾਣ ਭੱਤਾ ਇਨਸੈਂਟਿਵ ਤੇ ਕੰਮ ਕਰਦੇ ਮੁਲਾਜ਼ਮ ਹੈ, ਮਿਡ ਡੇ ਮੀਲ ਹੈ, ਆਸ਼ਾ ਹੈ, ਆਂਗਨਵਾੜੀ, ਉਹਨਾਂ ਦੇ ਉੱਤੇ ਹਜੇ ਚਰਚਾ ਕਰਨ ਵਾਸਤੇ ਤਿਆਰ ਨਹੀਂ ਹੈ। ਤੇ ਜਿਹੜੇ ਮੁਲਾਜ਼ਮ ਦੋਖੀ ਪੱਤਰ ਹੈ 17 ਜੁਲਾਈ ਦਾ ਜਿਹੜਾ ਕੇਂਦਰ ਦੇ ਨਾਲ ਜੋੜਿਆ ਹੈ ਉਹਦੇ ਵਾਸਤੇ ਕੋਈ ਉਹਨਾਂ ਨੇ ਗੱਲ ਨਹੀਂ ਕੀਤੀ ਹੈ। ਜਿਹੜਾ ਪ੍ਰੋਬੇਸ਼ਨਲ ਪੀਰੀਅਡ ਦੇ ਸੰਬੰਧ ਵਿੱਚ ਹੈ 15/15 ਦਾ ਪੱਤਰ ਹੈ ਉਹਨੂੰ ਹਜੇ ਸਰਕਾਰ ਨੇ ਵਿਡਰਾ ਨਹੀਂ ਕੀਤਾ। ਇਸ ਕਰਕੇ ਸਾਡੇ ਸਾਂਝੇ ਫਰੰਟ ਨੇ ਫੈਸਲਾ ਕੀਤਾ ਹੈ ਵੀ ਜੋ ਸਰਕਾਰ ਨੇ ਸਾਨੂੰ ਆਫਰ ਦਿੱਤੀ ਹੈ ਉਹਦੇ ਵਿਚਾਰ ਕਰਨ ਵਾਸਤੇ, ਜਿਹੜੀ ਸਾਡੀ ਆਪਣੀ ਐਜੂਕੇਸ਼ਨ ਲੀਕੀ ਹੈ ਤੇ ਬਾਕੀ ਮੰਗਾਂ ਤੇ ਵਿਚਾਰ ਕਰਨ ਵਾਸਤੇ ਅਸੀਂ 7 ਤਰੀਕ ਨੂੰ ਲੁਧਿਆਣੇ ਜਿਹੜੀ ਹੈ ਵੱਡੀ ਐਕਸਟੈਂਡਡ ਮੀਟਿੰਗ ਜਿਹੜੀ ਹੈ ਉਹ ਕਰਨ ਜਾ ਰਹੇ ਹੈ ਤਾਂ ਜੋ ਉਹਦੇ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਜਿਹੜਾ ਅਸੀਂ ਅਗਲਾ ਫੈਸਲਾ ਕਰ ਸਕੀਏ।
ਤੇ ਜਿਹੜਾ ਉਹ ਐਜੂਕੇਸ਼ਨ ਸੀਗਾ ਉਹ ਡ੍ਰੌਪ ਕਰਤਾ ਨਹੀਂ, ਕੋਈ ਐਜੂਕੇਸ਼ਨ ਡ੍ਰੌਪ ਨਹੀਂ, ਕੋਈ ਡ੍ਰੌਪ ਨਹੀਂ। ਕੋਈ ਡ੍ਰੌਪ ਨਹੀਂ। ਐਜੂਕੇਸ਼ਨ ਸਾਡੀ ਕਾਇਮ ਹੈ, ਜਿੱਦਾਂ ਅਸੀਂ ਰੱਖੀ ਸੀਗੀ। 9 ਤੋਂ ਅਸੀਂ ਹੜਤਾਲ ਤੇ ਜਾਣਾ ਹੈ, ਉਹ ਸਾਡਾ ਹਜੇ ਕੋਈ ਸਾਡਾ ਬਿਲਕੁਲ ਕਾਇਮ ਹੈ। ਅਸੀਂ 8 ਤਰੀਕ ਨੂੰ ਐਕਸਟੈਂਡਡ ਮੀਟਿੰਗ ਕਰਕੇ ਉਹਦੇ ਚ 15% ਵਾਅਦਾ ਕੀਤਾ ਉਹਦੇ ਨਾਲ ਸਹਿਮਤ ਜੇ 15% ਹਜੇ ਅਸੀਂ ਸਹਿਮਤ ਇਸ ਕਰਕੇ ਨਹੀਂ ਹੈ। ਸਰਕਾਰ ਉਹਦੇ ਤੇ ਗਣਾਹ ਕੋਈ ਨਹੀਂ ਦੱਸ ਰਹੀ, ਫਿਕਸੇਸ਼ਨ ਦਾ ਗਣਾਹ ਕੋਈ ਨਹੀਂ ਦੱਸ ਰਹੀ ਹੈ, ਕਿਉਂਕਿ ਅਸੀਂ ਦੇਖਣਾ ਹੈ 15% ਦਾ ਸਾਨੂੰ ਜ਼ਿਆਦਾ ਲਾਭ ਹੁੰਦਾ ਹੈ ਜਾਂ ਸਾਡੇ ਗਣਾਹ ਨਾਲ ਲਾਭ ਹੁੰਦਾ ਹੈ। ਇਸ ਕਰਕੇ ਅਸੀਂ ਉਹਦੇ ਚਰਚਾ ਕਰਾਂਗੇ ਡਿਟੇਲ ਦੇ ਵਿੱਚ। 1/12/11 ਵਾਲਾ ਸਕੇਲ 1/12/11 ਕਿਉਂਕਿ 1/12 ਨੂੰ ਜੋ ਸਾਡੀ ਅਨੋਮਲੀ ਦੂਰ ਹੋਈ ਸੀਗੀ, ਉਸ ਅਨੋਮਲੀ ਜਿਹੜੀ ਦੂਰ ਹੋਈ ਸੀ ਉਹਨੂੰ ਹਜਾ ਉਹ ਕਾਇਮ ਰੱਖ ਰਿਹਾ ਹੈ। ਉਹ ਇਹ ਕਹਿ ਰਹੇ 31/12/15 ਜੋ ਤੁਸੀਂ ਡਰਾ ਕਰ ਰਿਹਾ ਹੈ ਉਹਦੇ ਤੇ ਕਰਾਂਗੇ, ਪਰ ਉਹ ਜਿਹੜਾ 2/25 ਦਾ ਗਣਾਹ ਨੂੰ ਵਾਪਸ ਨਹੀਂ ਲੈ ਰਹੇ ਉਹ ਹਜੇ। 2/25 ਦਾ ਗੁਣਾਕ ਵਾਪਸ ਨਹੀਂ ਲਿਆ ਜਾ ਰਿਹਾ। ਹਾਂਜੀ, ਨਹੀਂ ਲਿਆ ਜਾ ਰਿਹਾ ਨਹੀਂ ਉਹ ਨਹੀਂ ਲਿਆ ਜਾ ਰਿਹਾ। ਅੰਦਰ ਕਹਿ ਕੇ ਗਏ ਕਿ ਉਹ ਇਹ ਵਾਪਸ ਲੈ ਨਹੀਂ ਨਹੀਂ ਬਿਲਕੁਲ ਜੋ ਉਹਨੇ ਪਿਛਲੇ ਮੀਟਿੰਗ 'ਚ ਕਿਹਾ ਤਾਂ ਉਦੋਂ ਪਿੱਛੇ ਹਟਿਆ, ਪਰ ਜੋ ਮਿਨੀਮਮ ਦੀ ਗਾਰੰਟੀ ਤੇ ਹੈ ਉਹ ਤੋਂ ਸਰਕਾਰ ਅੱਗੇ ਆਈ ਹੈ। 10 ਤੋਂ 15 ਵੱਲ ਨੂੰ ਆਈ ਹੈ। ਹਾਂ, ਜਿਹੜਾ ਮੇਨ ਹੈਗਾ ਜੇ 15% ਵਾਧੇ ਦੀ ਜਿਹੜੀ ਉਹ ਸਰਕਾਰ ਗੱਲ ਕਰਕੇ ਗਈ, ਆਫਰ ਦੇ ਕੇ ਗਏ ਨੇ, ਉਹ 1/12/11 ਵਾਲੇ ਸਕੇਲ ਜਿਹੜੇ ਆ ਉਹਦੇ ਵਿੱਚ ਸ਼ਾਮਲ ਨਹੀਂ ਹੈ। ਭਾਵ 1/6 ਦੇ ਸਕੇਲਾਂ ਵਾਲੀ ਸਰਕਾਰ ਜਿਹੜੀ ਆ, ਸਰਕਾਰ ਉੱਥੇ ਖੜੀ ਆ। 15% ਵਾਧੇ ਦੀ ਗੱਲ ਜਿਹੜੀ ਜ਼ਰੂਰ ਕੀਤੀ, ਇਸ ਕਰਕੇ ਸਾਰਿਆਂ ਨੇ ਅਸੀਂ ਉਹਦੇ ਤੇ ਚਰਚਾ ਕਰਨ ਦੀ ਜਿਹੜੀ ਮੁਨਾਸਬ ਸਮਝੀ। ਬਕਾਇਦਾ ਪੁੱਛਿਆ ਗਿਆ ਸੀ, ਇਹ ਗੱਲ ਕਹੀ ਗਈ ਉਹਨਾਂ ਨੇ ਵੀ 15% ਭਾਵੇਂ ਤੂੰ 11 ਵਾਲਾ ਤੇ ਭਾਵੇਂ 6 ਵਾਲਾ, ਸਾਰਿਆਂ ਨੂੰ 15% ਵਾਧਾ ਮਿਲੇ। ਇਹਦੇ ਬਾਰੇ ਮੈਂ ਸਪਸ਼ਟ ਕਰ ਦੇਣਾ ਚਾਹਨਾ, ਉਹਨਾਂ ਨੇ ਦੋਨੋਂ ਗੁਣਾਕ ਰੱਖੇ ਆ, ਰਿਵਾਈਜ਼ਡ ਦੇ ਵੀ ਔਰ ਅਨਰਿਵਾਈਜ਼ਡ ਦੇ ਵੀ। ਉਹਨਾਂ ਨੇ ਇਹ ਕਿਹਾ ਵੀ ਜੇਕਰ ਇੱਕ ਰਿਵਾਈਜ਼ਡ ਵਾਲੇ ਦੀ ਸੈਲਰੀ ਕੈਲਕੂਲੇਟ ਕੀਤੀ ਜਾਂਦੀ ਆ, ਮੇਰੇ ਅਰਥ ਕੀ 2.25 ਨਾਲ, ਤੇ ਉਹਦੇ 2.25 ਨਾਲ ਗੁਣਾ ਕਰਨ ਨਾਲ ਅਗਰ ਉਹ ਸੈਲਰੀ 15% ਤੋਂ ਘੱਟ ਆਂਦੀ ਆ ਤੇ ਮਿਨੀਮਮ ਜਿਹੜੀ ਆ 15% ਦਾ ਵਾਧਾ ਜ਼ਰੂਰ ਦਿੱਤਾ ਜਾਏਗਾ, ਉਸ ਤੋਂ ਘਟੇਗੀ ਨਹੀਂ। ਇਸ ਤਰ੍ਹਾਂ ਹੀ ਉਹਨਾਂ ਨੇ ਕਿਹਾ ਵੀ ਜਿਹੜੇ ਅਨਰਿਵਾਈਜ਼ਡ ਆ ਉਹਨਾਂ ਦਾ ਫਾਰਮੂਲਾ 2.59 ਹੀ ਰਹੇਗਾ, ਲੇਕਿਨ ਜੇ ਉਹਨਾਂ ਦੀ ਸੈਲਰੀ 15% ਤੋਂ ਘਟੇਗੀ ਜਿੰਨੀ ਵੀ, ਉਹ ਪੂਰੀ ਕਰ ਦਿੱਤੀ ਜਾਏਗੀ। ਮਤਲਬ ਇਹ ਕਿ ਮਿਨੀਮਮ ਜਿਹੜਾ ਹੈਗਾ ਕੋਈ ਵੀ ਕੈਟਾਗਰੀ ਆ ਉਹਦਾ ਵਾਧਾ 15% ਦਿੱਤਾ ਜਾਏਗਾ, ਲੇਕਿਨ ਗੁਣਾਕ ਦੇ ਵਿੱਚ ਉਹਨਾਂ ਨੇ ਕੋਈ ਵੀ ਫਰਕ ਨਹੀਂ ਪਾਇਆ। ਇਹ ਵੀ ਗੱਲ ਚੱਲੀ ਵੀ ਇਹਦੀ ਨੋਟੀਫਿਕੇਸ਼ਨ ਕਿਵੇਂ ਕਰੋਗੇ ਤੁਸੀਂ ਜਦੋਂ ਗੁਣਾਕ ਹੀ ਨਹੀਂ ਚੇਂਜ ਕਰ ਰਹੇ। ਉਹ ਕਹਿੰਦੇ ਇਹ ਚਿੰਤਾ ਤੁਸੀਂ ਛੱਡ ਦਿਓ, ਅਸੀਂ ਜਿਹੜੀ ਇਹਦੀ ਨੋਟੀਫਿਕੇਸ਼ਨ ਕਰ ਦਾਂਗੇ ਤੇ ਇਸੇ ਨੋਟੀਫਿਕੇਸ਼ਨ ਦੇ ਅਨੁਸਾਰ ਜਿਹੜੀ ਆ ਅਗਲੀ ਕੈਲਕੂਲੇਸ਼ਨ ਕੀਤੀ ਜਾਏਗੀ। ਚਲੋ ਫਿਲਹਾਲ ਤੁਸੀਂ ਪੇਸ਼ ਕਰ ਜਿਹੜੀ ਉਹਦੇ ਨਾਲ ਸਹਿਮਤ ਨਹੀਂ ਗਏ। ਨਹੀਂ ਸਰ, ਨਹੀਂ ਫਿਲਹਾਲ ਅਸੀਂ ਸਹਿਮਤ ਨਹੀਂ। ਮੀਟਿੰਗ ਦੇ ਆਧਾਰ ਨਹੀਂ ਹੈ। ਇਹ ਮੀਟਿੰਗ ਦੇ ਵਿੱਚ ਜੋ ਸਾਥੀਆਂ ਦੇ ਜੋ ਵਿਚਾਰ ਆਣਗੇ ਉਹਦੇ ਹਿਸਾਬ ਨਾਲ ਜਿਹੜਾ ਅੱਗੇ ਕੀਤਾ ਹੈ। ਲੇਕਿਨ ਇਹਦੇ ਵਿੱਚ ਇੱਕ ਗੱਲ ਜ਼ਰੂਰ ਮੰਨਣ ਵਾਲੀ ਹੈ, ਜਿਹੜੇ ਤੁਹਾਨੂੰ ਦੱਸਿਆ ਕਿ ਸਾਡੇ ਭੱਤੇ ਨੇ ਉਹਦੇ ਵਿੱਚ ਜ਼ਰੂਰ ਉਹਨਾਂ ਨੇ ਵਾਅਦਾ ਕਰ ਦਿੱਤਾ ਜੋ ਸਾਡੀ ਡਿਮਾਂਡ ਸੀਗੀ। ਬਾਕੀ ਡਿਮਾਂਡਾਂ ਬਾਰੇ ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਬਾਰੇ ਅਸੀਂ ਅਗਲੀ ਮੀਟਿੰਗ ਕਰਾਂਗੇ। ਅਗਲੀ ਮੀਟਿੰਗ ਦੇ ਵਿੱਚ ਜਿਹੜੇ ਹੈਗੇ ਆ ਤੁਹਾਡੇ ਕੱਚੇ ਮੁਲਾਜ਼ਮ ਆ ਜਾਂ ਹੋਰ ਡਿਮਾਂਡਾਂ ਹੈਗੀਆਂ, 15/15 ਦੀ ਚਿੱਠੀ ਨੂੰ ਕੈਂਸਲ ਕਰਨਾ, ਇੱਕ ਜਿਹੜੀ ਸੈਂਟਰ ਪੇ ਕਮਿਸ਼ਨ ਵਾਲੀ ਚਿੱਠੀ ਨੂੰ ਕੈਂਸਲ ਕਰਨਾ, ਜਾਂ ਇਹਦੇ ਹੋਰ ਸੰਬੰਧਿਤ ਡਿਮਾਂਡਾਂ ਹੈਗੀਆਂ, ਉਹ ਅਗਲੀ ਮੀਟਿੰਗ ਦੇ ਵਿੱਚ ਅਗਲੀ ਸੈਟਲ। ਮੀਟਿੰਗ ਦੀ ਕੋਈ ਡੇਟ ਟਾਈਮ ਜਿਹੜਾ ਉਹ ਫਿਕਸ ਹੋਈ ਹੈ? ਅਜੇ ਡੇਟ ਕੋਈ ਨਹੀਂ। ਅਸੀਂ ਅਜੇ ਫਿਲਹਾਲ ਆਪਣੇ ਸਾਂਝੇ ਫਰੰਟ ਦੀ ਜਿਹੜੀ ਮੀਟਿੰਗ ਕਰਕੇ ਸਾਰੀ ਚਰਚਾ ਕਰਕੇ ਲੋਕਾਂ ਦੇ ਸਾਹਮਣੇ ਲਿਆ ਕੇ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਉਹਨਾਂ ਦੀ ਰਾਏ ਦੇ ਨਾਲ ਅਸੀਂ ਆਪਣਾ ਅਗਲਾ ਕੋਈ ਚੀਜ਼ ਕਰਾਂਗੇ। ਭੱਤਾ ਕਿਹੜਾ ਰੁਕਿਆ, ਕਿਹੜਾ ਬਹਾਲ ਹੋਊਗਾ? ਉਹਦੇ ਵਿੱਚ ਉਹਨਾਂ ਨੇ 4-5 ਭੱਤੇ ਜ਼ਰੂਰ ਕਹੇ, ਜਿਹਦੇ ਵਿੱਚ ਸਿਟੀ ਕੰਪਨਸੇਟਰੀ ਅਲਾਉਂਸ ਹੈਗਾ, ਕਨਵੈਂਸ ਅਲਾਉਂਸ ਹੈਗਾ, ਸੈਕਟਰੀਏਟ ਪੇ ਹੈਗਾ, ਸਪੈਸ਼ਲ ਭੱਤਾ ਹੈਗਾ, ਤੇ ਇੱਕ ਅੱਧਾ ਕੋਈ ਭੱਤਾ ਹੋਰ ਹੋਏਗਾ। ਜਿਹੜੇ ਇਹਨਾਂ ਭੱਤਿਆਂ ਬਾਰੇ ਜਿਹੜੇ ਬੰਦ ਕੀਤੇ ਸੀ ਉਹ ਕਹਿੰਦੇ ਸੀ ਜਿਹੜੇ ਆ ਉਹ ਰੀਸਟੋਰ ਕਰਕੇ, ਤੇ ਬਾਕੀ ਜਿੰਨੇ ਭੱਤੇ ਆ ਉਹਨਾਂ ਨੂੰ ਜਿਹੜਾ ਮਲਟੀਪਲਾਈ ਕਰਕੇ ਵਧਾ ਦਿੱਤੇ ਜਾਣਗੇ। ਚਲੋ ਠੀਕ ਹੈ। ਥੈਂਕ ਯੂ।